ते अबै भविखण राज अधिक करियो। इसे तरह भविखण राजा लंका दे राजे ਆਪਾਂ ਨੂੰ ਪਤਾ ਵੀ ਰਾਵਣ ਦਾ ਭਾਈ ਸੀ ਉਹ ਲੰਕੇਸ਼, ਰਾਵਣ ਦਾ ਭਰਾ ਸੀਗਾ। ਉਹਦੇ ਮਨ ਵਿੱਚ ਇਹ ਧਾਰਨਾ ਬਣੀ ਸੀ ਕਿ ਉਹਨੂੰ ਪਤਾ ਸੀਗਾ, ਜਾਣਦਾ ਸੀ ਕਿ ਮੇਰਾ ਭਰਾ ਜਿਹੜਾ ਉਹ ਹੰਕਾਰ ਹੋ ਗਿਆ, ਇਹਦਾ ਹੰਕਾਰ ਢਲ ਜਾਣਾ, ਉਹ ਰਾਮ ਤ੍ਰੇਤੇ ਦਾ ਅਵਤਾਰ ਹੈ, ਇਹਨੇ ਮਰ ਜਾਣਾ ਉਹਦੇ ਹੱਥੋਂ, ਮੈਨੂੰ ਪੱਕਾ ਪਤਾ ਹੈ। ਮਨ ਵਿੱਚ ਉਹਦੇ ਧਾਰਨਾ ਆ ਗਈ ਕਿ ਮੇਰਾ ਭਰਾ ਤਾਂ ਮਾਰ ਹੀ ਜਾਣਾ, ਪਤਾ ਹੈ ਕਿ ਰਾਮ ਦੀ ਜਿੱਤ ਹੋਣੀ ਹੈ, ਤ੍ਰੇਤੇ ਦਾ ਅਵਤਾਰ, ਐਵੇਂ ਥੋੜੀ ਅਵਤਾਰ ਥੋੜੀ ਹਾਰੂ, ਉਹਦੇ ਮਨ ਵਿੱਚ ਸੀ। ਉਹ ਤੁਰ ਗਿਆ, ਰਾਮਚੰਦਰ ਦੇ ਕੋਲ ਨੂੰ ਤੁਰਿਆ, ਮਨ ਵਿੱਚ ਸੰਕਲਪ ਕਰਦਾ ਜਾਂਦਾ ਕਿ ਮੈਂ ਰਾਮਚੰਦਰ ਦੇ ਚਰਨਾਂ 'ਚ ਢਹਿਣਾ, ਕਿ ਮੈਨੂੰ ਆ ਜਿਹੜਾ ਰਾਜ ਹੈ ਸਾਡਾ, ਮੈਨੂੰ ਦੇ ਦੇਣ ਰਾਜ, ਵੀ ਆਪਣਾ ਇੱਥੇ ਰਹਿਣ, ਮੇਰਾ ਭਰਾ ਤਾਂ ਮਾਰ ਹੀ ਜਾਣਾ ਰਾਵਣ ਤਾਂ। ਮਨ ਵਿੱਚ ਇਹ ਸੋਚਦਾ ਜਾਂਦਾ, ਸੰਕਲਪ ਵਿਕਲਪ, ਰਾਜ ਦੀ ਇੱਛਾ ਸੀ ਮਨ ਦੇ ਵਿੱਚ। ਮਨ ਦੇ ਵਿੱਚ ਇਹ ਇੱਛਾ ਲੈ ਕੇ ਤੁਰ ਪਿਆ ਉਧਰ ਨੂੰ, ਰਾਮਚੰਦਰ ਨੂੰ ਮਿਲਣ ਵਾਸਤੇ। ਤੇ ਜਾਂਦਾ ਜਾਂਦਾ ਗੁਰਸਿੱਖ ਪਿਆਰੋ ਇਹੀ ਸੋਚਦਾ ਜਾਂਦਾ, ਰਾਜ ਲਵਾਂਗੇ ਆਪਾਂ, ਰਾਜ ਕਰਾਂਗੇ। ਤੇ ਗੁਰਮੁਖੋ ਫਿਰ ਐਸੀ ਕਿਰਪਾ ਦ੍ਰਿਸ਼ਟੀ ਹੋਈ ਪਰਮੇਸ਼ਰ ਦੀ ਕਿ ਪੂਜਾ ਪਾਠ ਉਹ ਵੀ ਕਰਦਾ ਸੀ, ਮਨ ਵਿੱਚ ਜਿਹੜੇ ਵੀ ਸੰਕਲਪ ਆਏ ਨਾ ਸਭ ਨਸ਼ਟ ਹੋ ਗਏ। ਜਾਂਦੇ ਜਾਂਦੇ ਮਨ ਦੇ ਵਿੱਚ ਫਿਰ ਐਸੇ ਸੰਕਲਪ ਜਿਹੜੇ ਸਨ ਨਸ਼ਟ ਹੋ ਗਏ। ਰਾਜ ਦੀ ਕੋਈ ਭੁੱਖੇ ਨਾ ਰਹੀ, ਰਾਜ ਕਰਨ ਦੀ, ਵੱਧ ਤੋਂ ਵੱਧ ਜਿਉਣ ਦੀ, ਫੌਜਾਂ ਨੂੰ ਹੁਕਮ ਦੇਣ ਦੀ ਭੁੱਖੇ ਨਾ ਰਹੀ, ਮਨ ਵਿੱਚ ਕੋਈ ਇੱਛਾ ਹੀ ਨਹੀਂ ਰਹੀ। ਤੇ ਗੁਰਮੁਖੋ ਜਾ ਕਰਕੇ ਰਾਮਚੰਦਰ ਭਗਵਾਨ ਦੇ ਚਰਨਾਂ ਤੇ ਢਹਿ ਪਿਆ। ਦੇਖਣ ਸਾਰ ਸਾਰੀ ਭੁੱਖ ਖਤਮ ਹੋ ਗਈ। ਤੇ ਰਾਮਚੰਦਰ ਜੀ ਆਖਣ ਲੱਗੇ, ਆਓ ਲੰਕੇਸ਼, ਕਿਉਂਕਿ ਲੰਕਾ ਦੇ ਰਾਜੇ ਰਾਵਣ ਦਾ ਭਰਾ ਸੀ ਲੰਕੇਸ਼। ਇਹ ਕਹਿਣਾ ਆਓ ਜੀ, ਕਿਵੇਂ ਆਉਣੇ ਹੋਏ? ਉਹ ਆਖਣ ਲੱਗੇ, ਭਗਵਾਨ ਮੈਨੂੰ ਕੁਛ ਨਹੀਂ ਚਾਹੀਦਾ, ਬਸ ਤੁਹਾਡੇ ਦਰਸ਼ਨ ਹੋ ਗਏ। ਕਹਿੰਦੇ ਨਹੀਂ ਨਹੀਂ, ਤੇਰੇ ਮਨ ਵਿੱਚ ਰਾਜ ਦੀ ਇੱਛਾ ਸੀ, ਰਾਜ ਦੀ ਇੱਛਾ। ਉਹ ਕਹਿੰਦਾ ਨਾ ਜੀ, ਹੁਣ ਨਹੀਂ ਕੁਛ ਰਿਹਾ ਮਨ ਵਿੱਚ, ਸਭ ਇੱਛਾ ਜਿਹੜੀ ਸੀ ਮੇਰੇ ਅੰਦਰ ਪੈਦਾ ਹੋਈ ਰਾਜ ਦੀ, ਉਹ ਖਤਮ ਹੋ ਗਈ, ਮੈਨੂੰ ਨਹੀਂ ਚਾਹੀਦੀ, ਮੈਨੂੰ ਨਹੀਂ ਚਾਹੀਦਾ ਰਾਜ। ਸੰਕਲਪ। ਤੇ ਫਿਰ ਭਗਵਾਨ ਆਖਣ ਲੱਗੇ, ਜਾ, ਜਿਹੜਾ ਤੇਰਾ ਮਨ ਦਾ ਸੰਕਲਪ ਸੀ ਉਹ ਪੂਰਾ ਹੋਏਗਾ, ਰਾਜ ਭਿਖਣ ਅਧਿਕ ਕਰਿਓ, ਗੁਰਬਾਣੀ ਕਹਿੰਦੀ ਆ। ਫਿਰ ਭਿਖਣ ਨੇ ਕਈ ਸਾਲ ਰਾਜ ਕਰਿਆ ਰਾਵਣ ਦੇ ਮਰਨ ਤੋਂ ਬਾਅਦ। ਉਹ ਜਿਹੜਾ ਸਾਰਾ ਰਾਜ ਸੀ ਲੰਕਾ ਦਾ, ਰਾਮਚੰਦਰ ਭਗਵਾਨ ਨੇ ਉਹਨੂੰ ਦੇਤਾ ਸੀਗਾ। ਭਾਵ ਸੰਗਤ ਕਰਨ ਦੇ, ਪਰਮੇਸ਼ਰ ਦਾ ਸਿੱਧਾ ਰਾਹ ਅਪਣਾਉਣ ਦੇ, ਬੰਦੇ ਨੂੰ ਇਤਨੇ ਕੁ ਸੁੱਖ ਮਿਲ ਜਾਂਦੇ ਨੇ ਕਿ ਉਹਨੂੰ ਕੁਛ ਕਰਨ ਦੀ, ਕਹਿਣ ਦੀ ਲੋੜ ਨਹੀਂ ਜੇ ਪੈਂਦੀ। ਉਹ ਆਪ ਮਹਾਰਾਜੇ ਪਾਤਸ਼ਾਹ ਕਿਰਪਾ ਕਰਦੇ ਨੇ। ਸੰਗਤ ਕਰੀਏ, ਸੰਗਤ ਦੇ ਵਿੱਚ ਆਉਣ ਦੇ ਨਾਲ, ਗੁਰੂ ਕੋ ਬਾਣੀ ਨਾਮ ਸਿਮਰਨ ਕਰਨ ਦੇ ਨਾਲ ਜੀਵਨ ਵਿੱਚ ਆਉਣ ਵਾਲੇ ਵਿਘਨ ਨੇ ਜਿਹੜੇ ਨਾਸ ਹੋ ਜਾਂਦੇ ਨੇ। ਜੋ ਵਿਚਾਰ ਆਪਾਂ ਆਰੰਭ ਕੀਤੀ ਕਿ ਕੋਟ ਅਪਰਾਧ ਮਿਟੇ ਹਰ ਸੇਵਾ, ਕਰੋੜਾਂ ਅਪਰਾਧ ਹੋ ਗਏ ਹੋਣ, ਮਿਟ ਜਾਂਦੇ ਨੇ ਜਦੋਂ ਗੁਰੂ ਦੇ ਬਚਨ ਕਮਾ ਲਈਏ, ਸੇਵਾ ਕਰ ਲਈਏ। ਗੱਲ ਤਾਂ ਸਾਰੀ ਉੱਥੇ ਹੀ ਖੜਦੀ ਹੈ ਨਾ ਜੀ, ਸੁਣਨ ਦੀ ਗੱਲ ਹੈ ਸਾਰੀ, ਤਾਂ ਅਮਲ ਕਰਨ ਦੀ ਆ। ਗੁਰੂ ਦੀ ਗੱਲ ਸੁਣਨ ਦੀ ਆ, ਕਰਮਾਂ ਦੇ ਸੌਦੇ ਨੇ। ਤੁਰਨਾ ਸਭ ਨੇ, ਸੰਗਤ ਕਰਕੇ ਜਾਈਏ ਕਿ ਇੱਥੋਂ ਜਾਣ ਲੱਗਿਆਂ ਕੋਈ ਦੁੱਖ ਨਾ ਹੋਵੇ। ਬੰਦੇ ਨੂੰ ਬੰਦਾ ਸਮਝੀਏ ਤਾਂ ਸਮਝੋ ਸੀ ਪਰਮੇਸ਼ਰ ਨੇ ਜੋ ਸਾਨੂੰ ਬਣਾਉਣਾ ਕੀਤਾ, ਅਸੀਂ ਆਪਣੇ ਜੀਵਨ ਦਾ ਅਸਲੀ ਲਾਹਾ ਜਿਹੜਾ ਲੈ ਰਹੇ ਹਾਂ। ਮਨ ਵਿੱਚ ਫਰਕ ਹੈ, ਅੰਤਰ ਹੈ, ਭਾਵ ਗਲਤ ਭਾਵਨਾਵਾਂ ਚੁੱਕੀ ਫਿਰਨੇ ਆ, ਤਾਂ ਸਮਝੋ ਕਿਸੇ ਸਾਨੂੰ ਅਪਰਾਧਾਂ ਤੋਂ, ਕਸ਼ਟਾਂ ਤੋਂ ਕੋਈ ਨਹੀਂ ਬਚਾ ਸਕਦਾ।
ਅਗਿਆਨਤਾ ਦੀ ਨੀਂਦ ਜੋ ਸੁੱਤੇ ਆ ਨਾ, ਜਾਗਣ ਦੀ ਕੋਸ਼ਿਸ਼ ਕਰੀਏ। ਇੱਕ ਸਾਡਾ ਆ ਦੁਨਿਆਵੀ ਜਾਗਣ ਹੈ। ਹਰ ਇੱਕ ਚੀਜ਼ ਦੇ ਦੋ ਪਹਿਲੂ ਨੇ, ਇੱਕ ਦੁਨਿਆਵੀ ਜੀਵਨ ਹੈ, ਇੱਕ ਅਧਿਆਤਮਿਕ ਜੀਵਨ ਹੈ। ਇੱਕ ਸਾਡਾ ਮਾਂ ਦੇ ਕੁੱਖ ਦੇ ਵਿੱਚੋਂ ਜਨਮ ਹੋਇਆ, ਇੱਕ ਆ ਸਤਸੰਗ ਦੇ ਵਿੱਚੋਂ ਜਨਮ ਹੋਣਾ। ਤੇ ਇੱਕ ਦਿਨ, ਇੱਕ ਰਾਤ, ਇੱਕ ਜ਼ਹਿਰ ਹੈ, ਇੱਕ ਮਿੱਠਾ ਅੰਮ੍ਰਿਤ ਹੈ। ਸੋ ਇੱਕ ਦੁਨਿਆਵੀ ਅੱਖਾਂ ਖੁੱਲਣੀਆਂ ਨੇ, ਇੱਕ ਅਧਿਆਤਮਿਕ ਗਿਆਨ ਦੀਆਂ ਅੱਖਾਂ ਖੁੱਲਣੀਆਂ ਨੇ, ਪ੍ਰਕਾਸ਼ ਹੋ ਜਾਣਾ। ਮੇਰ ਤੇਰ ਜਿਹੜੀ ਅੰਦਰੋਂ ਖਤਮ ਹੋ ਜਾਣੀ, ਪਾਪ ਸਖੋਪਤ ਜਿਹੜੇ ਨੇ ਖਤਮ ਹੋ ਜਾਣੇ ਬੰਦੇ ਦੇ ਅੰਦਰੋਂ। ਇਹ ਬਰਕਤਾਂ ਤਾਂ ਪੈਦਾ ਹੋਣਗੀਆਂ ਪ੍ਰੇਮੀਓ, ਜੇ ਗੁਰਬਾਣੀ ਤੇ ਅਮਲ ਕਰਾਂਗੇ। ਜੇ ਸਿਰਫ ਗੇੜੇ ਮਾਰਨ ਤੱਕ ਸੀਮਤ ਆ, ਕੁਛ ਨਹੀਂ ਜੇ ਮਿਲਣਾ। ਕੋਸ਼ਿਸ਼ ਕਰੀਏ ਕਿ ਸੰਸਾਰ 'ਚ ਆਇਆ ਹਰ ਇੱਕ ਸਾਹ ਦੀ ਕੀਮਤ ਮਿਲ ਜਾਏ। 100 ਸਾਲ ਦੀ ਉਮਰ ਮੰਨ ਲਓ ਆਪਣੀ, ਵੱਧ ਤੋਂ ਵੱਧ ਇੰਨੀ ਕੀ ਆ, ਪਰ ਕੋਈ 20, 30, 50, 60, 70 ਤੱਕ ਕੋਈ ਇਹ ਟੱਪਦਾ, ਅੱਗੇ ਤਾਂ ਪਹਿਲੀ ਬੰਦਾ ਚੱਲ ਜਾਂਦਾ। 100 ਸਾਲ ਦੀ ਉਮਰ ਲਾਵਾਂਗੇ, 100 ਸਾਲ ਦੇ ਵਿੱਚ 50 ਸਾਲ ਤਾਂ ਰਾਤਾਂ ਹੋ ਗਈਆਂ, 50 ਸਾਲ ਦਿਨ ਰਹਿ ਗਏ। ਉਹ 50 ਸਾਲਾਂ ਦੇ ਵਿੱਚ ਕੰਮ ਧੰਦੇ ਵੀ ਕਰਨੇ ਆਪਾਂ, ਹੋਰ ਵੀ ਕੰਮ ਕਾਰ ਨੇ, ਖਾਣਾ ਪੀਣਾ ਵੀ ਹੈ, ਗੱਲਾਂ ਬਾਤਾਂ ਵੀ ਨੇ। ਫਿਰ ਉਹ ਮਿਲੇ ਹੋਏ ਸਾਹਾਂ ਨੂੰ, ਮਿਲੇ ਹੋਏ 50 ਸਾਲਾਂ 'ਚੋਂ ਕਿੰਨਾ ਕੁ ਸਮਾਂ ਅਸੀਂ ਸੰਗਤ ਕਰਦੇ ਹਾਂ, ਕਿੰਨੀ ਕੁ ਬਿਰਤੀ ਸ਼ੁੱਧ ਬਣਦੀ ਹੈ। ਸੋ ਬਰਕਤਾਂ ਇੰਨੀਆਂ ਕੁ ਨੇ ਨਾਮ 'ਚ, ਬਾਣੀ 'ਚ, ਕਿ ਕੋਟ ਅਪਰਾਧ ਮਿਟੇ ਹਰ ਸੇਵਾ। ਗੁਰੂ ਦੇ ਵਚਨ ਕਮਾ ਲਈਏ ਨਾ, ਕਰੋੜਾਂ ਅਪਰਾਧ ਹੋ ਗਏ ਹੁਣ ਮਿਟ ਜਾਣਗੇ। ਭਾਵ ਜਿਸ ਤਰ੍ਹਾਂ ਲੱਖ ਬੰਦੇ ਤੋਂ ਅਪਰਾਧ ਹੋ ਗਏ ਹੁਣ। ਇੰਦਨ ਅਦਕ ਸਕੇਲੀਏ ਪਾਪ ਕਰੰਚ ਕਪਾਏ। ਜਿਵੇਂ ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਜਲਾਉਣ ਵਾਸਤੇ 2-4 ਕੁਆਂਟਲ ਅੱਗ ਦੀ ਲੋੜ ਨਹੀਂ ਪੈਂਦੀ। ਇੱਕ ਤੀਲੀਏ, ਇੱਕ ਚੰਗਿਆਰੀ ਹੀ ਸਾੜ ਕੇ ਸਵਾਹ ਕਰ ਦੂਗੀ ਉਹਨਾਂ ਲੱਕੜਾਂ ਨੂੰ। ਇੰਨੀ ਤਾਕਤ ਹੁੰਦੀ ਅੱਗ ਦੇ ਵਿੱਚ। ਇਸੇ ਤਰ੍ਹਾਂ ਨਾਮ ਦੇ ਵਿੱਚ ਇਹ ਬਰਕਤ ਹੈ, ਇਹ ਤਾਕਤ ਹੈ। ਜਿੰਨੇ ਮਰਜ਼ੀ ਅਪਰਾਧ ਹੋ ਗਏ ਹੋਣ, ਉਹ ਮਾਫ ਹੋ ਜਾਣਗੇ, ਨਾਸ ਹੋ ਜਾਂਦੇ ਨੇ ਜਦੋਂ ਬੰਦੇ ਦੇ ਅੰਦਰ ਉਹ ਨਾਮ ਬਸ ਗਿਆ। ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੇ। ਕੋਸ਼ਿਸ਼ ਕਰੀਏ ਨਾਮ ਬਾਣੀ ਅੰਦਰ ਬਸੇ। ਸੋ ਮਾਤਾ ਜੀ ਦਾ ਜਾਣਾ ਪਰਿਵਾਰ ਦੇ ਵਿੱਚੋਂ ਬੜਾ ਦੁਖਦਾਈ ਹੈ। ਆਪਾਂ ਨੂੰ ਪਤੀ ਹੈ, ਦੱਸਣ ਬੋਲਣ ਦੀ ਲੋੜ ਨਹੀਂ ਕੀ ਵਰਤਿਆ ਪਰਿਵਾਰ ਦੇ ਵਿੱਚ। ਸੋ ਹੈ ਕਰਮਾਂ ਦੇ ਸੌਦੇ, ਜਿੱਦਾਂ ਦਾ ਬੰਦਾ ਕਰਦਾ ਭਰਦਾ। ਤੇ ਅੱਗੇ ਜਿਹੜਾ ਵੀ ਫਿਰ ਕਰੂ ਉਹ ਭਰੂ ਜ਼ਰੂਰ। ਇਹ ਨਾ ਬੰਦਾ ਸੋਚੇ ਕਿ ਅੱਜ ਬੰਦਾ ਬਚ ਗਿਆ, ਅੱਜ ਆਨੰਦ ਆ ਗਿਆ ਕਰਮ ਕਰਕੇ, ਕੱਲ ਨੂੰ ਉਹਦਾ ਲੇਖਾ ਵੀ ਦੇਣਾ ਹੈ। ਸੁਣ ਲਓ ਮਹਾਰਾਜ ਤੋਂ। ਮਹਾਰਾਜ ਜੀ ਕਹਿੰਦੇ ਨੇ, ਆ ਜਿੰਨੇ ਵੀ ਵਿਕਾਰ ਕਰਨੇ ਨੇ ਨਾ, ਮਾੜੇ ਕਰਮ ਕਰਨੇ ਨੇ, ਜਾਂ ਨਿੰਦਿਆ ਚੁਗਲੀ ਕਰਨੀ ਆ, ਇਕੱਲੇ ਵਿਕਾਰੇ ਨਹੀਂ, ਨਿੰਦਿਆ ਚੁਗਲੀ ਮਾੜੇ ਕਰਮ ਕਰਨੇ ਨੇ। ਕੀ ਨੇ? ਸਤਿਗੁਰ ਕਹਿੰਦੇ ਆ, ਵਿਕਾਰ ਪਾਥਰ ਗਲੇ ਬੰਨ੍ਹਦੇ, ਨਿੰਦ ਪੋਟ ਸਰਾਏ। ਵਿਕਾਰ ਬੰਦਾ ਕਰਦਾ ਮਾੜੇ ਕਰਮ, ਉਹ ਪਾਥਰ ਗਲੇ ਬੰਨ੍ਹਦੇ। ਉਹ ਵਿਕਾਰਾਂ ਦੇ, ਮਾੜੇ ਕਰਮਾਂ ਦੇ ਪੱਥਰ ਬਣ ਬਣ ਕੇ ਗਲ ਵਿੱਚ ਹਾਰ ਪੈਂਦਾ। ਕਰੀ ਜਾਓ। ਉਹ ਵਿਕਾਰਾਂ ਦਾ, ਮਾੜੇ ਕਰਮਾਂ ਦਾ ਗਲ ਦੇ ਵਿੱਚ ਪੱਥਰ ਬਣ ਬਣ ਕੇ ਹਾਰ ਪੈਂਦਾ। ਬਾਣੀ ਕਹਿੰਦੀ ਆ। ਤੇ ਜਿੰਨੀ ਵੀ ਨਿੰਦਿਆ ਚੁਗਲੀ ਕਰਦੇ ਆ, ਅਸੀਂ ਮੂੰਹ ਜੋੜ ਜੋੜ ਗੱਲਾਂ ਕਰਦੇ ਆ ਨਾ, ਬਹਿ ਕੇ ਖੁੰਡਾਂ ਤੇ, ਸੱਥਾਂ 'ਚ, ਇੱਧਰ ਉੱਧਰ ਮੋੜਾਂ ਤੇ, ਖੁੰਡਾਂ ਤੇ ਕਰਦੇ ਆ। ਮੈਂ ਵੀ ਵਿੱਚ ਆ ਤੁਹਾਡੇ। ਸਤਿਗੁਰ ਕਹਿੰਦੇ, ਨਿੰਦ ਪੋਟ ਸਰਾਏ। ਜਿੰਨੀ ਵੀ ਨਿੰਦਿਆ ਕਰਨੀ ਹੈ, ਉਹ ਬੰਦੇ ਦੇ ਸਿਰ ਤੇ ਪੰਡ ਬਣਦੀ ਹੈ। ਤੇ ਪ੍ਰੇਮੀਓ, ਗਲ ਦੇ ਵਿੱਚ ਹੋਵੇ ਪੱਥਰਾਂ ਦਾ ਹਾਰ, ਤੇ ਸਿਰ ਤੇ ਹੋਵੇ ਨਿੰਦਿਆ ਦੀ ਪੰਡ, ਮਹਾ ਸਮੁੰਦ ਸਾਗਰ ਲੰਘਣਾ, ਪਾਰ ਨਾ ਪਰਨਾ ਜਾਏ। ਲੰਘਣਾ ਕਹਿੰਦੇ ਸੰਸਾਰ ਸਮੁੰਦਰ, ਮਹਾ ਬਹੁਤ ਵੱਡਾ ਸਮੁੰਦਰ ਹੈ। ਭਾਵ ਜੈ ਮਾਰ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਿਹੜਾ ਮਾਰਗ, ਜਿਹੜਾ ਰਾਹ, ਜਿਹੜਾ ਸਮੁੰਦਰ, ਕੋਹਾਂ ਕਰੋੜਾਂ ਕਿੰਨੇ ਕੁ ਹੈ ਨੇ ਉਹਦੇ ਕਿਲੋਮੀਟਰ,
ਮਿਣਤੀ ਗਿਣਤੀ ਤੋਂ ਪਰੇ ਨੇ, ਉਹ ਲੰਘਣਾ। ਪਾਰ ਨਾ ਪਰ ਨਾ ਜਾਏ ਇੰਨਾ ਭਜਨ ਹੋਵੇ, ਗਲ 'ਚ ਪੱਥਰ ਹੋਣ, ਹਾਰ ਪਿਆ ਹੋਇਆ, ਸਿਰ ਤੇ ਪੰਡ ਹੋਵੇ, ਬੰਦਾ ਕਿਵੇਂ ਲੰਘ ਜੂ ਜੀ? ਸੰਸਾਰ ਸਮੁੰਦਰ ਲੰਘਣਾ, ਨਹੀਂ ਲੰਘ ਸਕਦਾ। ਡੁੱਬੀਏ ਨਾ, ਭਾਵ ਗੁਰੂ ਦੇ ਗਿਆਨ ਤੋਂ ਬਿਨਾਂ ਸਾਡਾ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਭਜਨ ਤੋਂ ਬਿਨਾਂ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋਏਗਾ, ਪਾਰ ਉਤਾਰਾ ਨਹੀਂ ਹੋਏਗਾ। ਨਾਨਕ ਮਨ ਮੁਖ ਅੰਧ ਪਿਆਰ, ਵਾਜ ਗੁਰੂ ਡੂਬਾ ਸੰਸਾਰ। ਅੱਜ ਜਿਹੜੇ ਵਿਕਾਰ ਰਸ ਪਦਾਰਥ ਸਾਨੂੰ ਚੰਗੇ ਮਿੱਠੇ ਲੱਗਦੇ ਨੇ ਨਾ ਭਾਈ, ਉਹ ਕੱਲ ਨੂੰ ਕੌੜੇ ਹੋਣਗੇ। ਮਹਾਰਾਜ ਦੀ ਬਾਣੀ ਪੜ੍ਹਦੇ ਸੁਣਦੇ ਆ ਨਾ ਜੀ, ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ, ਬਜੋਗ ਖਿਨਮੈ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਖਰਚ ਕਰ ਸਕੈ ਮੇਰੇ, ਕਿਸ ਤੈ ਰੋਵੈ ਰੋਜ, ਬੜਭਾਗੀ ਮੇਰਾ ਪ੍ਰਭ ਮਿਲੇ, ਉਤਰੇ ਸਭ ਬੇਹੋਗ। ਵਿੱਚ ਕੋਈ ਨਹੀਂ ਕਰ ਸਕਦਾ, ਵਿੱਚ ਕੁਛ ਕੋਈ ਸਾਨੂੰ ਨਹੀਂ ਬਚਾ ਸਕਦਾ। ਜਿਸ ਗੁਰੂ ਤੋਂ ਬੇਮੁਖਾਂ, ਕੋਸ਼ਿਸ਼ ਕਰੀਏ ਚੰਗੇ ਕਰੀਏ ਭਾਈ, ਗੁਰੂ ਵਾਲੇ ਬਣ ਕੇ ਜਾਈਏ, ਚੰਗਾ ਰਾਹ ਅਪਣਾਈਏ, ਮਾੜੇ ਕਰਮਾਂ ਤੋਂ ਬਚ ਕੇ ਰਹੀਏ ਨੇ। ਫਿਰ ਪੱਥਰ ਬਣਨਗੇ, ਪੰਡ ਬਣੂ ਨਿੰਦਿਆ ਦੀ, ਸਿਰ ਤੇ ਟਿਕ ਜਾਣਾ। ਫਿਰ ਉਹ ਇੰਨਾ ਵਜਨ ਲੈ ਕੇ ਬੰਦਾ ਕਿਵੇਂ ਲੰਘੂ ਜੀ? ਨਹੀਂ ਲੰਘ ਸਕਦਾ। ਬਾਜ ਗੁਰੂ ਡੂਬਾ ਸੰਸਾਰ, ਗੁਰਬਾਣੀ ਦੀ ਮੋਹਰ ਹੈ। ਸੋ ਮਾਤਾ ਜੀ ਦਾ ਜਾਣਾ ਬਹੁਤ ਦੁਖਦਾਈ ਹੈ ਪਰਿਵਾਰ ਦੇ ਵਿੱਚੋਂ। ਕਿ ਇਹਨਾਂ ਨੇ ਸਾਹਮਣਾ ਸੀ ਬੱਚੇ ਨੂੰ, ਚਲੋ ਜੋ ਕਰਮ ਨੇ ਫਿਰ ਨਹੀਂ ਟਲਦੇ ਜੀ, ਪਰ ਗੁਰੂ ਦੀ ਬਾਣੀ ਇੰਨਾ ਕੁ ਸਹਾਰਾ ਦਿੰਦੀ ਹੈ ਜੀ, ਇੰਨਾ ਕੁ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸਾਡਾ ਇਹ ਦੁੱਖਾਂ ਦਾ ਜੀਵਨ ਸਾਨੂੰ ਕਟਾ ਦਿੰਦੇ ਨੇ। ਸੋ ਯਤਨ ਕਰੀਏ ਭਾਈ, ਆਪਣੇ ਮਾਂ ਪਿਓ ਦੀ ਕਦਰ ਕਰੀਏ, ਰਿਸ਼ਤੇ ਨਾਤਿਆਂ ਦੀ ਕਦਰ ਕਰੀਏ। ਜੇ ਅੱਜ ਅਸੀਂ ਬੇਕਦਰੀ ਕਰਦੇ ਹਾਂ, ਕੱਲ ਨੂੰ ਬੇਕਦਰੀ ਸਾਡੀ ਵੀ ਹੋਣੀ ਆ। ਮਾਂ ਪਿਓ ਦੀ ਸੇਵਾ ਜੇ ਅਸੀਂ ਨਹੀਂ ਕਰਦੇ, ਕੱਲ ਨੂੰ ਸਾਡੀ ਵੀ ਨਹੀਂ ਹੋਣੀ। ਐ ਕਰ ਕਰੇ ਸੋ ਹੈ ਕਰ ਪਾਏ, ਕਲਯੁਗ ਉੱਤਮ ਹੈ। ਪਹਿਲਾਂ ਪਿਛਲੇ ਯੁੱਗਾਂ 'ਚ ਕੋਈ ਕਰਦਾ ਕੋਈ ਭਰਦਾ, ਇੱਕ ਕਰ ਜਾਂਦਾ, ਕਿਉਂਕਿ ਪਹਿਲਾਂ ਪਾਪੇ ਨਹੀਂ ਸੀ ਹੁੰਦੇ। ਇੱਕ ਅੱਧਾ ਪਾਪ ਕਰਦਾ ਹੁੰਦਾ, ਫਿਰ ਸਾਰੀ ਕੁਲ ਹੀ ਨਾਸ ਹੋ ਜਾਂਦੀ। ਉਹ ਦੋ ਚਾਰਾਂ ਨੇ ਕੀਤੀ ਸੀ ਮਸ਼ਕਰੀ, ਦਰਵਾਸਾ ਰਿਸ ਨੂੰ ਸਾਰੀ ਕੁਲੇ ਖਤਮ ਕਰਾ ਲਈ। ਇੱਕ ਗਲਤੀ ਕਰ ਲੈਂਦਾ ਬੰਦਾ, ਉਹ ਰਾਵਣ ਨੇ ਗਲਤੀ ਕੀਤੀ, ਸਾਰਾ ਆਪਣਾ ਤਹਿ ਰਾਵਣ ਕਰ ਦੀਆ ਨਾ ਬਾਤੀ, ਦੀਵਾ ਜਲਾਉਣ ਵਾਲਾ ਵੀ ਨਹੀਂ ਕਿਉ ਰਿਹਾ। ਇਹ ਪਿਛਲੇ ਸਤਿਯੁਗ ਦੀਆਂ, ਤ੍ਰੇਤੇ ਦੀਆਂ, ਦੁਆਪਰ ਦੀਆਂ ਗੱਲਾਂ ਨੇ। ਪਰ ਅੱਜ ਜਿਹੜਾ ਸਮਾਂ ਕਲਯੁਗ ਦਾ, ਜਿਹੜਾ ਕਰੂ ਉਹੀ ਭਰੂ। ਐ ਕਰ ਕਰੇ ਸੋਇ ਪਰ ਕਰ ਪਾਏ, ਭਾਵ ਕਲਯੁਗ ਉਤਮੋ, ਇਹ ਕਲਯੁਗ ਉਤਮ ਹੈ। ਜਿਹੜਾ ਬੰਦਾ ਕਰਦਾ ਉਹੀ ਭਰਦਾ ਹੈ। ਬੰਦੇ ਨੇ ਆਪ ਹੀ ਉਹਨਾਂ ਕਰਮਾਂ ਨੂੰ ਭੁਗਤਣਾ ਹੈ, ਆਪਣੇ ਸਾਹਮਣੇ ਅੱਖਾਂ ਦੇ। ਆਪਣੇ ਸਰੀਰ ਵਿੱਚ ਦੀ ਭੁਗਤ ਲੈ, ਰੱਬ ਤੋਂ ਡਰ ਕੇ ਰਹੀਏ, ਜਾਂ ਫਿਰ ਕਿਆ ਪਤਾ ਆਪਣੇ ਬੱਚਿਆਂ ਵਿੱਚ ਹੀ ਭੁਗਤਣਾ ਪਵੇ। ਭੁਗਤਣਾ ਜ਼ਰੂਰ ਪਊਗਾ, ਫਿਰ ਬੰਦਾ ਉਦੋਂ ਰੋਵੇ ਨਾ। ਫਿਰ ਵਿੱਚ ਨਾ ਕੋਈ ਕਰ ਸਕੈ, ਕਿਸ ਤੈ ਰੋਵੇ ਰੋਜ਼, ਕੋਈ ਨਹੀਂ ਵਿੱਚ ਕੋਈ ਕਰ ਸਕਦਾ। ਜਿਹਦੇ ਕੋਲ ਮਰਜ਼ੀ ਬੰਦਾ ਰੋਵੇ। ਯਤਨ ਕਰੀਏ ਕਿ ਸਾਨੂੰ ਪਛਤਾਉਣਾ ਨਾ ਪਵੇ। ਐਸਾ ਕੰਮ ਮੂਲੇ ਨਾ ਕੀਚੀ, ਜਿਤ ਅੰਤ ਪਛੋਤਾਈਐ। ਐਸਾ ਕੰਮ ਭੁੱਲ ਕੇ ਵੀ ਨਾ ਕਰੀਏ ਜਿਹਦੇ ਨਾਲ ਅੰਤ ਵੇਲੇ ਸਾਨੂੰ ਪਛਤਾਉਣਾ ਪਵੇ। ਉਹਦਾ ਖਮਿਆਜਾ ਜਦੋਂ ਭੁਗਤਣਾ ਪਵੇ, ਉਦੋਂ ਬੰਦਾ ਰੋਵੇ ਨਾ। ਉਹ ਫਿਰ ਬੰਦਾ ਜਦੋਂ ਰੋਊਗਾ, ਫਿਰ ਉਦੋਂ ਪਛਤਾਵੇ ਨਾ। ਜਿਹੜਾ ਕਰਾਂਗੇ ਭਰਾਂਗੇ ਜ਼ਰੂਰ। ਸੋ ਆਓ ਪ੍ਰੇਮੀਓ, ਉੱਥੇ ਸਮਾਪਤੀ ਹੈ। ਮਾਲਕ ਕਿਰਪਾ ਕਰੇ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੜੇ, ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੇ। ਰਲ ਮਿਲ ਕਰਕੇ ਮਾਤਾ ਜੀ ਦੇ ਨਿਮਰਤਾ ਪਰ ਅਰਦਾਸ ਬੇਨਤੀ ਕਰਨੀ ਹੈ। ਜੁੜ ਕੇ ਅੱਗੋਂ ਉਹ ਸਾਡੀ ਬੇਨਤੀ ਮਨਜ਼ੂਰ ਕਰੇਗਾ ਜਾਂ ਨਾ ਕਰੇਗਾ, ਉਹ ਹੁਣ ਉਹਦੀ ਮਰਜ਼ੀ ਹੈ। ਕਿਉਂਕਿ ਗੁਰਮੁਖੋ, ਗੱਲ ਜੋ ਆਪਾਂ ਕੀਤੀ ਹੈ ਕਰਮਾਂ ਦੀ ਹੈ, ਕਿ ਕਿਆ ਮੂੰਹ ਲੈ ਕੀਚੇ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਸਾਡੇ ਪੁੰਨ ਨੇ, ਪਾਪ ਨੇ, ਇੱਥੇ ਗਵਾਹ ਨੇ, ਪਹਿਲਾਂ ਖੜੇ ਨੇ, ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ,
ਕਰਮੀ ਆਪੋ ਆਪਣੀ ਕੇ ਨੇੜੇ। ਅੱਗੋਂ ਜਵਾਬ ਆ ਮਿਲਦਾ। ਦੇਖੋ ਮੇਰੇ ਕਰਮਾਂ ਦਾ ਨਹੀਂ ਤੁਹਾਨੂੰ ਪਤਾ, ਤੁਹਾਡੇ ਕਰਮਾਂ ਦਾ ਮੈਨੂੰ ਨਹੀਂ ਪਤਾ, ਮਾਤਾ ਜੀ ਦੇ ਕਰਮਾਂ ਦਾ, ਪ੍ਰਵਾਹ ਸਭ ਦੇ ਆਪਣਾ, ਕਿਸੇ ਨੇ ਕਰਮਾਂ ਦਾ ਕਿਸੇ ਨੂੰ ਨਹੀਂ ਪਤਾ ਅੰਦਰ ਕੀ ਚੱਲਦਾ, ਸਭ ਦੇ ਆਪੋ ਆਪਣੇ ਕਰਮ ਨੇ। ਅੱਗੇ ਕਰਮਾਂ ਦੀ ਨਿਬੇੜ ਹੈ। ਚਲੋ ਆਪਣਾ ਫਰਜ਼ ਹੈ ਬੇਨਤੀ ਕਰਨ ਦਾ, ਅੱਗੇ ਉਹ ਸੁਣਦਾ ਜਾਂ ਨਾ ਸੁਣਦਾ ਹੈ। ਮਰਨ ਤੋਂ ਬਾਅਦ ਬੰਦਾ ਕਿੱਥੇ ਗਿਆ, ਕਿੱਧਰ ਨੂੰ ਚਲੀ ਗਈ ਰੂਹ, ਰੱਬ ਜਾਣਦਾ, ਖੁਦਾ ਜਾਣਦਾ, ਜਾਂ ਜਾਨਵਰ ਜਾਣਦਾ। ਭਾਵ ਇੱਕ ਦੱਜੈ ਇੱਕ ਦੱਬੀਏ ਤਨਾ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸੱਟੀਐ, ਇੱਕ ਪੀ ਫਿਰ ਹੱਸਣ ਪਾਏ, ਨਾਨਕੇ ਬਣਾ ਜਾਪੇ ਕਿੱਥੇ ਜਾਏ ਸਮਾਏ। ਮਰਨ ਤੋਂ ਬਾਅਦ ਬੰਦਾ ਕਿੱਥੇ ਗਿਆ, ਦੱਬ ਦਿੱਤਾ, ਜਲਾ ਦਿੱਤਾ, ਭਾਵ ਲਾਂਬੂ ਲਾ ਦਿੱਤਾ, ਚਿਖਾ ਦੇ ਧਰ ਕੇ ਜਲ ਪ੍ਰਵਾਹ ਕਰ ਦਿੱਤਾ, ਕੁੱਤਿਆਂ ਬਿੱਲਿਆਂ ਨੂੰ ਖਾਣ ਨੂੰ ਡੇਗ ਦਿੱਤਾ। ਬਾਹਰ ਖੁੱਲੇ ਚ ਕਈ ਕਰਦੇ ਐਸਾ, ਜਦੋਂ ਬੰਦਾ ਮਰ ਜਾਂਦਾ ਕੁੱਤੇ ਬਿੱਲਿਆਂ ਨੂੰ ਖਾਣ ਨੂੰ ਡੇਗ ਦਿੰਦੇ ਨੇ। ਇੱਕ ਪੀ ਫਿਰ ਹੱਸਣ ਪਾਏ, ਇੱਕ ਹੱਸਣ ਨਾਮ ਖੂਹ ਦਾ ਇੱਕ ਦੇਸ਼ ਦੀ ਮਰਿਆਦਾ। ਜਦੋਂ ਬੰਦਾ ਮਰ ਜਾਂਦਾ ਉਹ ਬੰਦੇ ਨੂੰ ਮਰਨ ਤੋਂ ਬਾਅਦ ਉਹ ਖੂਹ ਦੇ ਵਿੱਚ ਡੇਗ ਦਿੰਦੇ ਨੇ, ਲਾਸ਼ਾਂ ਨੂੰ, ਜਿਹੜਾ ਵੀ ਮਰਦਾ ਖੂਹ ਚ ਪਾ ਦਿੰਦੇ ਨੇ। ਖੂਹ ਚ ਪਾਤਾ, ਜਲਾਤਾ, ਦੱਬਤਾ, ਗੱਡਤਾ, ਜਲ ਪ੍ਰਵਾਹ ਕਰਤਾ, ਕੁੱਤਿਆਂ ਬਿੱਲਿਆਂ ਨੂੰ ਖਾਣ ਨੂੰ ਡੇਗਤਾ, ਇੰਨਾ ਕੁਛ ਹੋ ਗਿਆ। ਇਹ ਅੰਤਮ ਕਿਰਿਆ ਜੀ। ਉਹ ਜੋ ਮਰਜ਼ੀ ਕਰੋ ਨਾ ਕਰੋ, ਮਰਨ ਤੋਂ ਬਾਅਦ ਸਰੀਰ ਨਾਲ ਮਿੱਟੀ ਹੁੰਦਾ ਹੈ। ਨਾਨਕੇ ਬਣਾ ਜਾਪੇ ਕਿੱਥੇ ਜਾਏ ਸਮਾਏ। ਮਰਨ ਤੋਂ ਬਾਅਦ ਕਿੱਥੇ ਗਿਆ ਕੋਈ ਪਤਾ ਨਹੀਂ, ਕਿਉਂਕਿ ਅੱਗੇ ਕਰਮਾਂ ਦੇ ਨਿਬੇੜ ਨੇ, ਕਰਮਾਂ ਦਾ ਹਿਸਾਬ ਹੈ। ਸੋ ਆਓ ਚੰਗੇ ਕਰਮ ਕਰੀਏ ਜੀ, ਜਾਣਾ ਸਭ ਨੇ, ਕੋਸ਼ਿਸ਼ ਕਰੀਏ ਸਰੀਰ ਦੇ ਸਿਵਿਆਂ ਚ ਮੜੀਆਂ ਚ ਪਹੁੰਚਣ ਤੋਂ ਪਹਿਲਾਂ ਨਾ, ਭਾਵ ਜਿੰਦ ਚੋਂ, ਆ ਸਰੀਰ ਚੋਂ ਜਿੰਦ ਨਿਕਲਣ ਤੋਂ ਪਹਿਲਾਂ ਸਾਡੀ ਰੂਹ ਜਿਹੜੀ ਆ, ਵਿਰਤੀ ਜਿਹੜੀ ਆ, ਧਿਆਨ ਜਿਹੜਾ ਸਾਡਾ ਪਰਮੇਸ਼ਰ ਕੋਲ ਪਹੁੰਚ ਜਾਏ, ਸਾਨੂੰ ਜਿਉਣਾ ਆ ਜਾਏ, ਹਰ ਇੱਕ ਦੇ ਵਿੱਚ ਸਾਨੂੰ ਰੱਬ ਦਿਖਣ ਲੱਗ ਜਾਏ। ਆਪਣੇ ਬੱਚਿਆਂ ਦਾ ਕਿੰਨਾ ਪਿਆਰ ਮੈਂ ਕਰਨਾ, ਰੱਬ ਦਿਖਦਾ, ਤਰਸ ਆਉਂਦਾ, ਦੂਜਿਆਂ ਦੇ ਬੱਚਿਆਂ ਤੇ ਵੀ ਮੈਨੂੰ ਤਰਸ ਆਉਣ ਲੱਗ ਜਾਏ, ਤਾਂ ਸਮਝੋ ਵੀ ਸਾਡਾ ਆਉਣਾ ਦੁਨੀਆ 'ਚ ਸਫਲ ਹੈ। ਜੇ ਰਾਖਸ਼ ਬਿਰਤੀ ਹੈ, ਪਸ਼ੂ ਬਿਰਤੀ ਹੈ, ਤਾਂ ਸਮਝੋ ਸਾਡਾ ਆਉਣਾ ਦੁਨੀਆ ਤੇ ਸਫਲਾ ਨਹੀਂ, ਸਰਾਪ ਬਣ ਗਿਆ, ਵਰਦਾਨ ਨਹੀਂ ਬਣਿਆ। ਇੱਥੇ ਆਉਣਾ ਸਾਡਾ ਵਰਦਾਨ ਹੋਵੇ, ਸਰਾਪ ਨਾ ਹੋਵੇ। ਆਓ ਜੀ ਭੁੱਲਾਂ ਤੋਂ ਖਿਮਾ, ਰਲ ਮਿਲ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ। ਸਾਰੀ ਸੰਗਤ ਹੁਣ ਆਨੰਦ ਸਾਹਿਬ ਬਾਣੀ ਦੇ ਵਿੱਚ ਬੋਲਿਓ ਜੀ, ਸਾਰੇ ਨਾਲ ਬੋਲ ਕਰਕੇ ਆਪਣੀ ਰਸਨਾ ਜ਼ਰੂਰ ਪਵਿੱਤਰ ਕਰਿਓ, ਨਾਲ ਬੋਲਿਓ ਮਹਾਰਾਜ ਦੇ ਪਾਵਨ ਬਚਨ। ਇਹਨਾਂ ਬਚਨਾਂ ਨਾਲ ਹੀ ਸਾਡਾ ਸੱਚਖੰਡ ਦਾ ਦਰਵਾਜ਼ਾ ਖੁੱਲ੍ਹਣਾ ਹੈ ਜੀ। ਆਓ ਸਾਰੀ ਸੰਗਤ ਰਲ ਮਿਲ ਕਰਕੇ ਗੁਰੂ ਸਾਹਿਬ ਦੇ ਅੰਮ੍ਰਿਤਮਈ ਬਚਨ ਪੜ੍ਹੀਏ, ਸੁਣੀਏ, ਵਿਚਾਰੀਏ, ਅੰਦਰ ਵਸਾਈਏ ਜੀ। ਵਾਹਿਗੁਰੂ ਜੀ।